ਸੰਤੋਖ ਸਿੰਘ ਧੀਰ ਜੂਨ 1974 ਤੋਂ ਲੈ ਕੇ 1975 ਇੱਕ ਸਾਲ ਲਗਭਗ ਇਹ ਪੂਰਾ ਸਾਲ ਉਹ ਇੰਗਲੈਂਡ ਦੇ ਵਿੱਚ ਰਹੇ। ਉਹਨਾਂ ਨੇ ਆਪਣੀ ਜਿਹੜੀ ਇਹ ਯਾਤਰਾ ਕੀਤੀ ਸੀ ਇਹਦਾ ਅਨੁਭਵ ਉਹਨਾਂ ਨੇ ਮੇਰੀ ਇੰਗਲੈਂਡ ਯਾਤਰਾ ਨਾਂ ਦੇ ਸਫ਼ਰਨਾਮੇ ਦੇ ਵਿੱਚ ਅੰਕਿਤ ਕੀਤਾ। ਇੰਗਲੈਂਡ ਦੇ ਜੀਵਨ ਬਾਰੇ ਲੇਖਕ ਨੇ ਜਿਹੜਾ ਵੀ ਪ੍ਰਭਾਵ ਗ੍ਰਹਿਣ ਕੀਤਾ ਉਹਨਾਂ ਨੂੰ ਭਾਰਤ ਦੇ ਜੀਵਨ ਨਾਲ ਤੁਲਨਾਉਂਦੇ ਹੋਏ ਇਸ ਸਫ਼ਰਨਾਮੇ ਦੇ ਇੱਕ ਕਾਂਡ ਇੰਗਲੈਂਡ ਅਤੇ ਭਾਰਤ ਦੇ ਵਿੱਚ ਦਰਜ ਕੀਤਾ ਉਹਨਾਂ ਨੇ। ਅਤੇ ਅੱਜ ਆਪਾਂ ਇਹ ਇਹਨਾਂ ਦਾ ਜਿਹੜਾ ਕਾਂਡ ਆ ਇਹ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ ਲੇਖਕ ਦੀ ਜ਼ਿੰਦਗੀ ਦੇ ਉੱਪਰ ਚਾਨਣਾ ਪਾ ਲਈਏ। ਸੰਤੋਖ ਸਿੰਘ ਧੀਰ ਦਾ ਜਿਹੜਾ ਸਮਾਂ ਹੈ ਉਹ ਹੈ 1920 ਤੋਂ 2010 ਤੱਕ, 90 ਸਾਲ ਦੀ ਉਮਰ ਹੈ ਲਗਭਗ। ਇਹਨਾਂ ਦੀ ਮਾਤਾ ਦਾ ਨਾਮ ਸੀ ਜਮਨਾ ਦੇਵੀ ਅਤੇ ਪਿਤਾ ਦਾ ਨਾਮ ਸੀ ਈਸ਼ਰ ਸਿੰਘ ਦਰਦ। ਜਨਮ ਇਹਨਾਂ ਦਾ ਹੋਇਆ 1920 2 ਦਸੰਬਰ ਨੂੰ। ਸਥਾਨ ਸੀ ਬਸੀ ਪਠਾਨਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਇਹਨਾਂ ਦਾ ਜਿਹੜਾ ਨਾਨਕਾ ਘਰ ਆ ਉੱਥੇ ਹੀ ਇਹਨਾਂ ਦਾ ਜਨਮ ਹੋਇਆ ਸੀ, ਜਨਮ ਸਥਾਨ ਹੈ ਇਹਨਾਂ ਦਾ। ਵਿੱਦਿਆ ਪਹਿਲਾਂ ਇਹਨਾਂ ਨੇ ਮੈਟ੍ਰਿਕ ਕੀਤੀ, ਇਸ ਤੋਂ ਬਾਅਦ ਗਿਆਨੀ ਕੀਤੀ। ਗਿਆਨੀ ਦਾ ਕੋਰਸ ਹੁੰਦਾ ਸੀ, ਹੁਣ ਵੀ ਹੁੰਦਾ ਗਿਆਨੀ। ਕਿੱਤਾ ਸਾਹਿਤਕਾਰੀ ਸੀ, ਸਿਰਫ ਸਾਹਿਤ ਰਚਨਾ ਕੀਤੀ ਹੈ। ਅਤੇ ਦੇਹਾਂਤ ਇਹਨਾਂ ਦਾ ਹੋਇਆ 8 ਫਰਵਰੀ 2010 ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਵਿਤਾਵਾਂ ਵੀ ਲਿਖੀਆਂ ਜਿਹਦੇ ਵਿੱਚ ਗੁੱਡੀਆਂ ਪਟੋਲੇ ਕਾਵਿ ਸੰਗ੍ਰਹਿ ਇਹਨਾਂ ਦਾ, ਪੌ ਫਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤੇ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ। ਇਸ ਤੋਂ ਬਿਨਾਂ ਇਹਨਾਂ ਨੇ ਕਹਾਣੀਆਂ ਲਿਖੀਆਂ। ਕਹਾਣੀਆਂ ਦੇ ਵਿੱਚ ਇਹਨਾਂ ਦਾ ਵੱਡਾ ਨਾਮ ਹੈ ਛਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਸ਼ੇਰਾਂ ਦੀ ਆਵਾਜ਼। ਨਾਵਲ ਵੀ ਲਿਖਿਆ ਇਹਨਾਂ ਨੇ, ਠੀਕ ਹੈ, ਜਿਸ ਦੇ ਵਿੱਚ ਨਾਵਲ ਹਨ ਸ਼ਰਾਬੀ, ਯਾਦਗਾਰ, ਮੈਨੂੰ ਇੱਕ ਸੁਪਨਾ ਆਇਆ, ਹਿੰਦੋਸਤਾਂ ਹਮਾਰਾ। ਇਸ ਤੋਂ ਬਾਅਦ ਚਿੱਠੀਆਂ ਵੀ ਹੈ ਇਹਨਾਂ ਦੀਆਂ, ਫੁੱਲਾਂ ਨਾਲ ਗੱਲਾਂ। ਇਹਨਾਂ ਦੀ ਸਵੈ ਜੀਵਨੀ ਹੈ ਇੱਕ, ਮੇਰੀ ਕਲਮ। ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਜਿਹਦੇ ਵਿੱਚ ਆ ਗਏ ਇਹਨਾਂ ਦੇ ਲੋਕ ਗੀਤਾਂ ਬਾਰੇ ਲਿਖਿਆ, ਪੰਜਾਬ ਦੀਆਂ ਲੋਕ ਕਹਾਣੀਆਂ ਬਾਰੇ ਲਿਖਿਆ, ਮੇਰੀਆਂ ਸ਼੍ਰੇਸ਼ਟ ਕਹਾਣੀਆਂ, ਮੇਰੀ ਪ੍ਰਤੀਨਿਧ ਰਚਨਾ। ਇਹ ਇਹਨਾਂ ਦੀਆਂ ਰਚਨਾਵਾਂ। ਇੰਗਲੈਂਡ ਅਤੇ ਭਾਰਤ। ਸਫ਼ਰਨਾਮਾ ਦਾ ਇਹ ਕਾਂਡ ਜੋ ਆਪਾਂ ਪੜ੍ਹ ਰਹੇ ਹਾਂ, ਇਸ ਨੂੰ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਲੇਖਕ ਨੇ ਬੜਾ ਪੁਰਾਣਾ ਸਫ਼ਰਨਾਮਾ ਲਿਖਿਆ ਹੁੰਦਾ। ਕੋਈ 100 ਸਾਲ ਪੁਰਾਣਾ ਪੜ੍ਹ ਰਹੇ ਹਾਂ ਆਪਾਂ, ਜਾਂ ਕੋਈ 80 ਸਾਲ ਪੁਰਾਣਾ ਪੜ੍ਹ ਰਹੇ ਹਾਂ, ਕੋਈ 25-30 ਸਾਲ ਪੁਰਾਣਾ ਪੜ੍ਹ ਰਹੇ ਹਾਂ, ਤਾਂ ਸਥਿਤੀ ਦੇ ਵਿੱਚ, ਹਾਲਾਤਾਂ ਦੇ ਵਿੱਚ, ਜਗ੍ਹਾ ਦੇ ਵਿੱਚ, ਨਾਮ ਦੇ ਵਿੱਚ, ਰਹਿਣ ਸਹਿਣ ਦੇ ਵਿੱਚ ਤਬਦੀਲੀ ਜਿਹੜੀ ਆ ਜਾਂਦੀ ਹੈ। ਜੇ ਕੋਈ ਪੰਜਾਬ ਦੇ ਵਿੱਚ ਆਇਆ ਹੋਵੇਗਾ, ਉਸਨੇ ਗੱਡਿਆਂ 'ਤੇ, ਤਾਂਗਿਆਂ 'ਤੇ ਲੋਕ ਜਾਂਦੇ, ਖੂਹਾਂ ਤੋਂ ਪਾਣੀ ਭਰਦੀਆਂ ਮੁਟਿਆਰਾਂ ਦੇਖੀਆਂ ਹੋਣਗੀਆਂ, ਪਰ ਉਹ ਚੀਜ਼ ਹੁਣ ਨਹੀਂ ਹੈਗੀ। ਇਸੇ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਵੀ ਤਰੱਕੀ ਹੋਈ ਹੈ। ਜੇ ਕੋਈ ਰੂਸ ਦੇ ਵਿੱਚ ਗਿਆ ਹੋਵੇਗਾ ਤਾਂ ਉੱਥੇ ਤਾਂ ਬੜੀ ਵੱਡੀ ਤਬਦੀਲੀ ਆ ਗਈ ਹੈ। ਆਪਣੇ ਵੀ ਤਬਦੀਲੀ ਆ ਚੁੱਕੀ ਹੈ ਬਹੁਤ। ਅਸੀਂ ਆਪ ਵੀ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੁੰਦੀ ਹੈ ਅਤੇ ਬੱਚਿਆਂ ਨੂੰ ਪੜ੍ਹਾਉਣ ਵੇਲੇ ਵੀ ਦੱਸਣਾ ਹੁੰਦਾ ਕਿ ਉਸ ਸਮੇਂ ਦੀ ਗੱਲ ਆ, ਉਸ ਸਮੇਂ ਦੀ ਇਹ ਜਿਹੜੀ ਸਥਿਤੀ ਆਪਾਂ ਪੜ੍ਹ ਰਹੇ ਹਾਂ ਜਦੋਂ ਲੇਖਕ ਉੱਥੇ ਸੀ। ਅੱਜ ਅਸੀਂ ਇੰਗਲੈਂਡ ਜਾਈਏ ਤਾਂ ਇਹ ਚੀਜ਼ਾਂ ਹੋ ਸਕਦਾ ਪੂਰੀ ਤਰ੍ਹਾਂ ਨਾ ਮਿਲਣ। ਕੋਈ 100 ਸਾਲ ਪਹਿਲਾਂ ਪੰਜਾਬ ਬਾਰੇ ਕਿਸੇ ਨੇ ਲਿਖਿਆ ਹੋਵੇ, ਉਹ ਚੀਜ਼ਾਂ ਅੱਜ ਨਹੀਂ ਹੈਗੀਆਂ। ਕੋਈ ਸ਼ਾਇਦ ਥੋੜ੍ਹੀ ਬਹੁਤ ਕੋਈ ਚੀਜ਼ ਬਚੀ ਹੋਵੇ। ਇੰਗਲੈਂਡ ਅਤੇ ਭਾਰਤ। ਇੰਗਲੈਂਡ ਵਿੱਚ ਮੇਰੀ ਅੱਖ ਆਮ ਅੰਗਰੇਜ਼ ਨੂੰ ਦੇਖਣ ਸਮਝਣ ਵੱਲ ਹੀ ਲੱਗੀ ਰਹੀ। ਆਮ ਅੰਗਰੇਜ਼ ਸਾਡੇ ਵਾਂਗ ਮਿਹਨਤਕਸ਼ ਇਨਸਾਨ ਹੀ ਹੈ। ਉਹੀਓ ਉਹਦੇ ਜਜ਼ਬੇ ਅਤੇ ਉਹੀਓ ਹੀ ਉਦਗਾਰ ਹਨ, ਮਤਲਬ ਮਨ ਦੇ ਜਜ਼ਬੇ ਜਿਹੜੇ ਮਨਾਂ ਦੇ ਵਿੱਚ ਹੁੰਦੇ ਆ। ਜੇ ਕੋਈ ਕਿਧਰੇ ਫਰਕ ਹੈ ਤਾਂ ਇਸ ਦਾ ਕਾਰਨ ਕਿਸੇ ਕੌਮ ਦਾ ਆਪਣੇ ਖਾਸ ਸੁਭਾਅ ਜਾਂ ਰਹਿਣ ਸਹਿਣ ਦਾ ਢੰਗ ਹੀ ਹੈ, ਨਹੀਂ ਤਾਂ ਲਗਭਗ ਮੁੱਢਲੇ ਜਜ਼ਬੇ ਹਰ ਇਨਸਾਨ ਦੇ ਇੱਕੋ ਹਨ। ਆਮ ਅੰਗਰੇਜ਼ ਸਾਡੇ ਵਾਂਗ ਹੀ ਸਿੱਧਾ ਸਾਦਾ ਅਤੇ ਭੋਲਾ ਹੈ। ਨਿੱਕੇ ਨਿੱਕੇ ਚਾਅ ਹਨ ਅਤੇ ਨਿੱਕੇ ਨਿੱਕੇ ਮਨ ਪਰਚਾਵੇ। ਜਿਵੇਂ ਸਾਡੇ ਕਈਆਂ ਲੋਕਾਂ ਨੇ ਦਿੱਲੀ ਨਹੀਂ ਦੇਖੀ ਹੁੰਦੀ, ਕਈ ਅੰਗਰੇਜ਼ ਅਜਿਹੇ ਹਨ ਜਿਨ੍ਹਾਂ ਨੇ ਲੰਡਨ ਨਹੀਂ ਦੇਖਿਆ। ਸਾਡੇ ਵਾਂਗ ਉਹਨਾਂ ਲਈ ਵੀ ਆਪਣਾ ਪਿੰਡ ਆਲਾ ਦੁਆਲਾ ਹੀ ਉਹਨਾਂ ਦੀ ਦੁਨੀਆ ਹੁੰਦਾ ਹੈ। ਖਾਸ ਕਰਕੇ ਪਿੰਡਾਂ ਦੇ ਅੰਗਰੇਜ਼ ਬਹੁਤ ਹੀ ਭੋਲੇ ਹਨ। ਇੰਗਲੈਂਡ ਵਿੱਚ ਵੀ ਪੇਂਡੂਆਂ ਅਤੇ ਸ਼ਹਿਰੀਆਂ ਵਿੱਚ ਫਰਕ ਹੈ। ਪੇਂਡੂ ਸਿੱਧੇ ਸਾਦੇ ਨਿਰਛਲ ਮੰਨੇ ਜਾਂਦੇ ਹਨ ਅਤੇ ਸ਼ਹਿਰੀ ਕਦਰੇ ਚੁਸਤ ਚਲਾਕ। ਅੰਗਰੇਜ਼ ਬਹੁਤ ਗਰੀਬ ਵੀ ਹੈ। ਬਹੁਤੇ ਅੰਗਰੇਜ਼ ਅਜਿਹੇ ਹਨ ਜਿਨ੍ਹਾਂ ਕੋਲ ਆਪਣੇ ਘਰ ਨਹੀਂ ਹੁੰਦੇ, ਕੌਂਸਲ ਦੇ ਮਕਾਨਾਂ ਵਿੱਚ ਹੀ ਰਹਿੰਦੇ ਤੁਰੇ ਜਾਂਦੇ ਹਨ, ਜਿਸ ਦਾ ਕਾਰਨ ਇਹ ਵੀ ਹੈ ਕਿ ਉਹ ਭਵਿੱਖ ਲਈ ਨਹੀਂ ਸੋਚਦੇ।
ਗੁਜ਼ਰ ਹੁੰਦੀ ਰਹਿੰਦੀ ਹੈ ਤੇ ਇਹੋ ਹੀ ਉਹ ਚਾਹੁੰਦੇ ਹਨ। ਕਈ ਅੰਗਰੇਜ਼ ਪੜ੍ਹੇ ਲਿਖੇ ਜਾਂ ਬੁੱਧੀਮਾਨ ਨਹੀਂ ਹੁੰਦੇ, ਪਰ ਕਈ ਸਧਾਰਨ ਪੱਧਰ ਤੋਂ ਵੀ ਬਹੁਤ ਨੀਵੇਂ ਹੁੰਦੇ ਹਨ। ਅੱਖਰ ਭਾਵੇਂ ਜਾਣਦੇ ਹਨ, ਪਰ ਕਈ ਵਾਰ ਉਹ ਮਨੀ ਆਰਡਰ ਫਾਰਮ ਵੀ ਆਪ ਭਰਨ ਦੇ ਯੋਗ ਨਹੀਂ ਹੁੰਦੇ। ਕਈ ਵਾਰ ਉਹ ਮਨੀ ਆਰਡਰ ਆਪਣੇ ਏਸ਼ੀਆਈ ਸਾਥੀ ਵਰਕਰਾਂ ਪਾਸੋਂ ਭਰਵਾਉਂਦੇ ਹਨ। ਅਖਬਾਰ ਵੀ ਘੱਟ ਹੀ ਪੜ੍ਹਦੇ ਹਨ, ਖਰੀਦਦੇ ਜ਼ਰੂਰ ਹਨ, ਪਰ ਉਹਨਾਂ ਦੀ ਦਿਲਚਸਪੀ ਬਹੁਤ ਆਮ ਅਤੇ ਸਥਾਨਕ ਜਿਹੀਆਂ ਖਬਰਾਂ ਨਾਲ ਹੀ ਹੁੰਦੀ ਹੈ, ਜਾਂ ਖੇਡਾਂ ਅਤੇ ਮੈਚਾਂ ਆਦਿ ਦੇ ਕਾਲਮ ਬਹੁਤਾ ਪੜ੍ਹਦੇ ਹਨ। ਨਿਰਸ ਦੇ ਆਮ ਅੰਗਰੇਜ਼ ਬਹੁਤ ਹੀ ਆਲੇ ਮੋਲੇ ਹਨ, ਭੋਲੇ ਭਾਲੇ। ਕੱਪੜੇ ਚੰਗੇ ਹੁੰਦੇ ਹਨ, ਪਰ ਸਿਲੇ ਹੋਏ ਚੰਗੇ ਨਹੀਂ ਹੁੰਦੇ। ਕਈ ਵਾਰ ਤਾਂ ਬਹੁਤੇ ਕੱਪੜੇ ਸਹੀ ਮੇਚ ਵੀ ਨਹੀਂ ਹੁੰਦੇ। ਕਮੀਜ਼ ਤਾਂ ਕਫ ਕੋਟ ਤੋਂ ਇੰਚ ਕੁ ਬਾਹਰ ਹੋਣਾ ਚਾਹੀਦਾ, ਪਰ ਸਾਰਾ ਕਫ ਵੀ ਬਾਹਰ ਹੋਵੇ ਤਾਂ ਉਹਨਾਂ ਲਈ ਇਹ ਠੀਕ ਹੀ ਹੈ। ਅਸਲ ਵਿੱਚ ਇਹ ਮਿਹਨਤਕਸ਼ ਅਤੇ ਸਿੱਧੇ ਸਾਦੇ ਅੰਗਰੇਜ਼ ਹਨ। ਰਾਜ, ਤਰਖਾਣ, ਮੋਚੀ, ਨਾਈ, ਗਧੇ ਹਿੱਕਣ ਵਾਲੇ ਅਤੇ ਘੋੜਾ ਗੱਡੀ ਜੋਣ ਵਾਲੇ, ਫੈਕਟਰੀਆਂ ਦੇ ਵਰਕਰ, ਮਛੇਰੇ, ਕਿਸਾਨ, ਅਜਿਹੇ ਲੋਕ ਸਿੱਧੇ ਸਾਦੇ ਅੰਗਰੇਜ਼ ਹਨ। ਲੋਕ ਹੱਸ ਕੇ ਕਹਿੰਦੇ ਹਨ, ਇੰਗਲੈਂਡ ਵਿੱਚ 3 W ਬੜੇ ਹੀ ਬੇਇਤਬਾਰੇ ਹਨ: ਵੈਦਰ, ਵਰਕ, ਵੂਮੈਨ। ਜਿੱਥੋਂ ਤੱਕ ਪਹਿਲੇ W ਮੌਸਮ ਦਾ ਸੰਬੰਧ ਹੈ, ਇਹ ਗੱਲ ਬਿਲਕੁਲ ਸਹੀ ਹੈ। ਹੁਣ ਮੌਸਮ ਖੁਸ਼ਕ ਹੈ ਅਤੇ ਹੁਣੇ ਮੀਂਹ ਵਰ ਰਿਹਾ ਹੈ। ਦੂਜੇ W ਬਾਰੇ ਵੀ ਇਹ ਨਿਰਣਾ ਕਾਫੀ ਠੀਕ ਹੈ। ਕੰਮ ਦਾ ਇੰਗਲੈਂਡ ਵਿੱਚ ਵੀ ਨਿਰਸਦੈ ਭਰੋਸਾ ਨਹੀਂ, ਅੱਜ ਹੈ ਕੱਲ੍ਹ ਨਹੀਂ। ਇੰਗਲੈਂਡ ਵਿੱਚ ਮਹਿੰਗਾਈ ਹੀ ਨਹੀਂ, ਬੇਰੁਜ਼ਗਾਰੀ ਵੀ ਬੜੀ ਹੈ। ਆਖਰ ਅਰਥਚਾਰੇ ਦੀ ਬੁਨਿਆਦ ਤਾਂ ਪੂੰਜੀਵਾਦ ਹੀ ਹੈ। ਕੰਮ ਦੀ ਗਰੰਟੀ ਤਾਂ ਸਮਾਜਵਾਦ ਹੀ ਦਿੰਦਾ ਹੈ, ਪਰ ਜਿੱਥੇ ਤੀਕਰ ਤੀਜੇ W ਔਰਤਾਂ ਦਾ ਸੰਬੰਧ ਹੈ, ਇਹ ਗੱਲ ਸਹੀ ਨਹੀਂ। ਮੈਨੂੰ ਇਸ ਅਖਾਣ ਦੇ ਪਿੱਛੇ ਔਰਤ ਦੇ ਵਿਰੋਧ ਦਾ ਜੰਗੀਰੂ ਅਤੇ ਪਛਾਣ ਖਿੱਚੂ ਸਿਧਾਂਤ ਹੀ ਨਜ਼ਰ ਆਉਂਦਾ ਹੈ। ਇੰਗਲੈਂਡ ਦੀ ਔਰਤ ਜਾਤੀ ਬਾਰੇ ਅਸੀਂ ਭਾਰਤੀ ਬੜੇ ਅਜੀਬ ਜਿਹੇ ਲੱਖਣ ਲਾਉਂਦੇ ਰਹਿੰਦੇ ਹਾਂ, ਪਰ ਇਹ ਲੱਖਣ ਗਲਤ ਹਨ। ਇੰਗਲੈਂਡ ਦੀ ਔਰਤ ਉਸੇ ਤਰ੍ਹਾਂ ਹੀ ਸੁਘੜ ਅਤੇ ਸੁਸ਼ੀਲ ਹੈ ਜਿਵੇਂ ਭਾਰਤੀ ਨਾਰੀ। ਉਸੇ ਤਰ੍ਹਾਂ ਇੰਗਲੈਂਡ ਦੀ ਔਰਤ ਬੱਚੇ ਪੈਦਾ ਕਰਦੀ ਹੈ ਅਤੇ ਉਹਨਾਂ ਦੀ ਪਾਲਣਾ ਕਰਦੀ ਹੈ। ਉਹ ਬੜੀ ਚੰਗੀ ਮਾਂ ਵੀ ਹੈ ਅਤੇ ਬੜੀ ਚੰਗੀ ਪਤਨੀ ਵੀ। ਉਹ ਧੀ ਵੀ ਹੈ ਅਤੇ ਭੈਣ ਵੀ। ਫਰਕ ਕੇਵਲ ਭਾਰਤ ਅਤੇ ਇੰਗਲੈਂਡ ਦੀ ਰਹਿਣੀ ਬਹਿਣੀ ਦਾ ਹੈ। ਅਸੀਂ ਅਜੇ ਸੱਭਿਆਚਾਰਕ ਪੱਖ ਤੋਂ ਕਾਫੀ ਨੀਵੇਂ ਹਾਂ। ਇੰਗਲੈਂਡ ਦਾ ਸਤਰ ਉੱਚਾ ਹੈ। ਇੰਗਲੈਂਡ ਦੀ ਔਰਤ ਨਿਰਸਦੈ ਨਰੋਏ ਆਚਰਣ ਦੀ ਮਾਲਕ ਹੈ। ਮੇਮਾਂ ਸਭੋ ਸੋਹਣੀਆਂ ਜਾਂ ਸਭੋ ਪਰੀਆਂ ਨਹੀਂ ਹੁੰਦੀਆਂ। ਬਸ ਜਿਵੇਂ ਦੁਨੀਆ ਵਿੱਚ ਆਮ ਔਰਤਾਂ ਹੁੰਦੀਆਂ ਹਨ, ਉਵੇਂ ਹੀ ਮੇਮਾਂ ਹੁੰਦੀਆਂ ਹਨ। ਮੇਮਾਂ ਨਾਲੋਂ ਆਮ ਪੰਜਾਬੀ ਔਰਤ ਜ਼ਿਆਦਾ ਸੋਹਣੀ ਹੈ। ਠੀਕ ਹੈ, ਮੇਮਾਂ ਦਾ ਰੰਗ ਗੋਰਾ ਜਾਂ ਚਿੱਟਾ ਹੁੰਦਾ, ਪਰ ਚਿੱਟਾ ਰੰਗ ਇਕੱਲਾ ਹੀ ਸੁਹੱਪਣ ਦੀ ਨਿਸ਼ਾਨੀ ਨਹੀਂ। ਅਸੀਂ ਹਿੰਦੁਸਤਾਨ ਵਿੱਚ ਅੰਗਰੇਜ਼ ਦੇ ਰਾਜ ਵੇਲੇ ਜਿਹੜੀਆਂ ਮੇਮਾਂ ਦੇਖੀਆਂ ਹੋਈਆਂ ਸਨ, ਉਹ ਬਹੁਤ ਸੋਹਣੀਆਂ ਹੁੰਦੀਆਂ ਸਨ, ਪਰ ਉਹ ਮੇਮਾਂ ਹੋਰ ਸਨ। ਉਹ ਸ਼ਾਹੀ ਖਾਨਦਾਨਾਂ ਦੀਆਂ ਰਾਣੀਆਂ, ਮਲਕਾਵਾਂ ਸਨ। ਪਰ ਇਹ ਮੇਮਾਂ ਕਿਰਤਨਾਂ, ਗ੍ਰਿਸਤਨਾਂ, ਘਰ ਬਾਰਨਾਂ, ਬੱਚੇ ਪਾਲਣ ਵਾਲੀਆਂ ਅਤੇ ਬੱਚਿਆਂ ਸਣੇ ਭੱਜ ਭੱਜ ਕੇ ਬੱਸਾਂ ਫੜਨ ਵਾਲੀਆਂ ਹਨ। ਇੱਕ ਬੱਚਾ ਗੋਦੀ ਹੈ, ਇੱਕ ਉਂਗਲੀ ਲੱਗਾ ਹੈ, ਕੋਲ ਇੱਕ ਪਰਾਮ ਹੈ। ਪਰਾਮ ਅਤੇ ਬੱਚਿਆਂ ਸਣੇ ਪਹਿਲਾਂ ਬੱਸ ਵਿੱਚ ਚੜ੍ਹਨ ਅਤੇ ਫਿਰ ਅੱਗੇ ਲੈਣਾ। ਇਹ ਉਹ ਅੰਗਰੇਜ਼ ਹੈ ਜਿਸ ਨੂੰ ਅਸੀਂ ਆਪਣੇ ਮਿਹਨਤਕਸ਼ਾਂ ਦਾ ਸਾਥੀ ਕਹਿੰਦੇ ਹਾਂ। ਅੰਗਰੇਜ਼ ਕੌਮ ਦੀਆਂ ਕੁਝ ਇੱਕ ਗੱਲਾਂ ਸਿਫਤ ਕਰਨ ਦੇ ਯੋਗ ਹਨ। ਸਭ ਤੋਂ ਚੰਗੀ ਸਿਫਤ ਹੈ ਕੰਮ ਦੀ ਵਡਿਆਈ ਜਾਂ ਉੱਤਮਤਾ ਅਤੇ ਗੌਰਵ ਦੀ। ਅੰਗਰੇਜ਼ਾਂ ਲਈ ਕੋਈ ਵੀ ਕੰਮ ਛੋਟਾ ਜਾਂ ਨਿਗੂਣਾ ਨਹੀਂ। ਕੂੜਾ ਢੋਣ ਵਾਲੇ, ਟੱਟੀਆਂ ਸਾਫ਼ ਕਰਨ ਵਾਲੇ, ਸਬਜ਼ੀ ਭਾਜੀ ਵੇਚਣ ਵਾਲੇ, ਚੌਂਕੀਦਾਰ, ਸਿਪਾਹੀ, ਅਖਬਾਰਾਂ ਵੇਚਣ ਵਾਲੇ ਆਦਿ ਸਭ ਦਾ ਕੰਮ ਉੱਤਮ ਹੈ। ਅਸੀਂ ਅਜਿਹੇ ਬਹੁਤੇ ਕੰਮਾਂ ਨੂੰ ਛੋਟਾ ਕੰਮ ਕਹਿ ਦਿੰਦੇ ਹਾਂ। ਇੰਗਲੈਂਡ ਵਿੱਚ ਇਹ ਉੱਕਾ ਨਹੀਂ। ਉੱਥੇ ਇੱਕ ਭੰਗੀ ਵੀ ਸਮਾਜ ਦੀਆਂ ਨਜ਼ਰਾਂ ਵਿੱਚ ਸਤਿਕਾਰ ਦਾ ਓਨਾ ਹੀ ਪਾਤਰ ਹੈ ਜਿੰਨਾ ਇੱਕ ਅਧਿਆਪਕ ਜਾਂ ਹੋਰ ਕਿੱਤਾ ਕਰਨ ਵਾਲਾ। ਉੱਥੇ ਧਨ ਦੇ ਪੱਖੋਂ ਤਾਂ ਛੁਟਿਆਈ ਜਾਂ ਵਡਿਆਈ ਹੈ, ਕੰਮ ਦੇ ਪੱਖੋਂ ਨਹੀਂ। ਅੰਗਰੇਜ਼ ਆਪਣੇ ਘਰ ਦਾ ਕੰਮ ਵੀ ਆਪਣੇ ਹੱਥੀਂ ਕਰਦੇ ਹਨ, ਸਮਾਨ ਆਪ ਚੁੱਕਦੇ ਹਨ। ਇੰਗਲੈਂਡ ਵਿੱਚ ਕਿਤੇ ਵੀ ਕੋਈ ਕੁਲੀ ਨਜ਼ਰ ਨਹੀਂ ਆਵੇਗਾ। ਕੁਲੀ ਆ ਕੇ ਕਿਸੇ ਨੂੰ ਹਾਕ ਮਾਰਨ ਦਾ ਸਵਾਲ ਹੀ ਨਹੀਂ, ਕਿਉਂਕਿ ਕਿਸੇ ਨੇ ਆਉਣਾ ਹੀ ਨਹੀਂ। ਸਾਡੇ ਆਮ ਜੀਵਨ ਵਿੱਚ ਸ਼ੋਰ ਸ਼ਰਾਬਾ ਬਹੁਤ ਹੈ। ਸਾਡੇ ਹਿੰਦੁਸਤਾਨ ਵਿੱਚ ਕਿਸੇ ਨੂੰ ਵੀ ਕਿਸੇ ਵੇਲੇ ਵੀ ਸ਼ੋਰ ਪਾ ਦੇਣ ਦਾ ਹੱਕ ਹੈ। ਜਦੋਂ ਵੀ ਕੋਈ ਚਾਹੁੰਦਾ ਹੈ, ਗਲੀ ਬਾਜ਼ਾਰ ਵਿੱਚ ਡੁਗ-ਡੁਗੀ ਖੜਕਾਉਂਦਾ ਹੈ, ਸ਼ੋਰ ਪਾਉਣ ਲੱਗ ਜਾਂਦਾ ਹੈ। ਸਾਡੇ ਚੋਣਾਂ ਹੁੰਦੀਆਂ ਹਨ, ਜਿਵੇਂ ਸਾਡੇ ਮੁਲਕ ਵਿੱਚ ਹੀ ਇੱਕ ਕੋਹਰਾਮ ਮਚ ਜਾਂਦਾ ਹੈ। ਇਹ ਮੇਰਾ ਲਾਊਡ ਸਪੀਕਰ ਹੈ, ਇਹ ਉਸ ਦਾ ਲਾਊਡ ਸਪੀਕਰ ਹੈ, ਜਿਵੇਂ ਸਾਰੇ ਮੁਲਕ ਨੂੰ ਹੀ ਉੱਚਾ ਸੁਣਨ ਲੱਗ ਜਾਂਦਾ ਹੈ। ਇੰਗਲੈਂਡ ਵਿੱਚ ਇਹ ਉੱਕਾ ਨਹੀਂ। ਉੱਥੇ ਵਾਯੂਮੰਡਲ ਵੀ ਉਵੇਂ ਸ਼ਾਂਤ ਬਣਿਆ ਰਹਿੰਦਾ ਹੈ। ਪ੍ਰਚਾਰ ਮੁਹਿੰਮਾਂ ਉੱਥੇ ਵੀ ਉਮੀਦਵਾਰਾਂ ਦੀਆਂ ਹੁੰਦੀਆਂ ਹਨ, ਪਰ ਸਾਡੇ ਵਾਂਗੂ ਊਧਮ ਜਾਂ ਖਰੂਦ ਜਾਂ ਕੜਮਾਸ ਨਹੀਂ। ਅਸੀਂ ਤਾਂ ਫੜ ਲਓ ਮਾਰ ਲਓ ਤੋਂ ਹੇਠਾਂ ਕਦੇ ਆਉਂਦੇ ਹੀ ਨਹੀਂ। ਅੰਗਰੇਜ਼ ਗੱਲਾਂ ਵੀ ਕਰਦੇ ਹਨ, ਪਰ ਉਹ ਗੱਲਾਂ ਇੱਕ ਦੂਜੇ ਤੋਂ ਤੀਜੇ ਨੂੰ ਨਹੀਂ ਸੁਣਦੀਆਂ। ਅਸੀਂ ਬੱਸ ਜਾਂ ਰੇਲ ਵਿੱਚ ਜਦੋਂ ਗੱਲਾਂ ਕਰਦੇ ਹਾਂ ਤਾਂ ਸਾਡੀਆਂ ਗੱਲਾਂ ਨੂੰ ਬੱਸ ਜਾਂ ਰੇਲ ਦਾ ਸਾਰਾ ਡੱਬਾ ਸੁਣ ਸਕਦਾ ਹੈ। ਇਸ ਗੱਲੋਂ ਅੰਗਰੇਜ਼ਾਂ ਦੀ ਆਦਤ ਬੜੇ ਹੀ ਉੱਚ ਪਾਏ ਦੀ ਹੈ।
इस तरह अंग्रेज़ कौम की मुस्कुराउण की आदत है। कहते हैं मुस्कुराहट दिलों उठी हुई नहीं होंदी, पर यह आदत माड़ी नहीं। जे इंसान एक दूजे नूं मुस्कुरा के मिलता है तो यह चंगी गल है। इंग्लैंड की सफाई बारे मैं बहुता कुछ पढ़ता सा। इंग्लैंड बहुत साफ है, पर यह नहीं कि किते कोई चीज़ उक्का खिलरी हुई ही नहीं। कई थावां ते मैं साडे वांग ही कागज़ खिलरे तके हैं। हाँ, इंग्लैंड भारत के मुकाबले में साफ है तो बहुता हद तक साफ है। अंग्रेज़ों में नंगूनिया भावनावां की भी घाट नहीं। चोरी, उधाला, कतल, जुआ, तोड़ फोड़, हुल्लड़ साड़ा, कीना, जहालत, पशुपन सबों कमियां घाटा हैं, पर इन्हां दी प्रदर्शनी साथों कुछ थोड़ी हुंदी है, पर जिथे किधरे हुंदी है इस सिरे दी हुंदी है। अंग्रेज़ की मैं हौली हौली बोलण की काफ़ी सिफत की है, पर कदे कदे अंग्रेज़ लोग भी हुल्लड़बाजी करते हैं तो चीख चिंगाड़ा पाउंदे हैं। खास करके मैचों वेले बहुत हुल्लड़ हुंदा है। मैच होए, फसाद होए, अजिहे समय अंग्रेज़ कौम भी किसी तो पिछे नहीं। किते मैच हुंदे ਹਨ ਤਾਂ ਨੇੜੇ ਤੇੜੇ ਦੀਆਂ ਸਭ ਸਟਰੀਟਾਂ ਪੁਲਿਸ ਨਾਲ ਭਰ ਜਾਂਦੀਆਂ ਹਨ, ਕਿਉਂਕਿ ਵਾਪਸ ਮੁੜਨ ਵੇਲੇ ਕਈ ਵਾਰ ਅੰਗਰੇਜ਼ ਮੁੰਡੇ ਹਰ ਕਿਸੇ ਥਾਂ 'ਤੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੰਦੇ ਹਨ। ਤਾਂ ਵੀ ਹੌਲੀ ਬੋਲਣ ਦੀ ਸਿਫਤ ਅੰਗਰੇਜ਼ਾਂ ਦੀ ਵੱਡੀ ਸਿਫਤ ਹੈ। ਇਹ ਤਾਂ ਪਸ਼ੂਪੁਣਾ ਹੈ ਜੋ ਕਦੇ ਕਦੇ ਕਿਸੇ ਵਿੱਚ ਵੀ ਆਪਣਾ ਸਿਰ ਚੁੱਕ ਸਕਦਾ। ਸਿਫਤ ਸਿਫਤ ਹੀ ਰਹਿੰਦੀ ਹੈ। ਮੰਗਤੇ ਵੀ ਇੰਗਲੈਂਡ ਵਿੱਚ ਨਿਰਸਦਾ ਬਥੇਰੇ ਹਨ, ਪਰ ਭਾਰਤ ਨਾਲੋਂ ਥੋੜ੍ਹੇ ਹਨ। ਇਹ ਮੰਗਤੇ ਸਾਡੇ ਵਾਂਗੂ ਘਰੋਂ ਘਰੋਂ ਹੀ ਨਹੀਂ ਮੰਗਣ ਆਉਂਦੇ। ਸਾਂਝੀਆਂ ਜਨਤਕ ਥਾਵਾਂ ਉੱਤੇ ਬੈਠ ਸਾਜ਼ ਵਜਾਉਂਦੇ ਗੀਤ ਜਿਹੇ ਗਾਉਂਦੇ ਰਹਿੰਦੇ ਹਨ। ਲੋਕੀ ਆਪਣੀ ਮਰਜ਼ੀ ਨਾਲ ਹੀ ਸਿੱਕੇ ਸੁੱਟ ਜਾਂਦੇ ਹਨ, ਜਿਵੇਂ ਉਹ ਉਸ ਦੇ ਗੀਤ ਦੇ ਬਦਲੇ ਇਹ ਕੁਝ ਅਰਪਣ ਕਰਦੇ ਹਨ। ਕਿਤੇ ਕਿਤੇ ਕੋਈ ਹੱਥ ਪਸਾਰ ਕੇ ਮੰਗਦਾ ਵੀ ਦਿਸ ਪੈਂਦਾ। ਮੈਨੂੰ ਇੱਕ ਅਜਿਹਾ ਮੰਗਤਾ ਲੰਡਨ ਦੇ ਇੱਕ ਅੰਡਰਗਰਾਊਂਡ ਰੇਲ ਦੇ ਸਟੇਸ਼ਨ ਉੱਤੇ ਮੰਗਦਾ ਨਜ਼ਰ ਆਇਆ, ਜੋ ਹਰ ਕਿਸੇ ਨੂੰ ਹੱਥ ਪਸਾਰ ਕੇ ਗੇਮੀ ਗੇਮੀ ਆਖ ਰਿਹਾ ਸੀ। ਉਸ ਦੇ ਮੂੰਹੋਂ ਸ਼ਰਾਬ ਦੀ ਬੋ ਵੀ ਮੇਰੇ ਵੱਲ ਉੱਡ ਆਈ। ਉਹ ਢਲਦੀ ਉਮਰ ਦਾ ਕਰੜ ਬਰੜੇ ਵਾਲਾ ਅੰਗਰੇਜ਼ ਸੀ, ਪਰ ਇੱਕ ਗੱਲ ਜ਼ਰੂਰ ਸੀ, ਉਹ ਖਹਿੜੇ ਜਿਹੇ ਨਹੀਂ ਸੀ ਪੈਂਦਾ। ਗੇਮੀ ਗੇਮੀ ਆਖਦਾ ਉਹ ਝੱਟ ਅੱਗੇ ਤੁਰ ਪੈਂਦਾ ਸੀ। ਸ਼ਾਇਦ ਸ਼ਰਾਬ ਦਾ ਨਸ਼ਾ ਹੀ ਉਹਨੇ ਉਸ ਨੂੰ ਅੱਗੇ ਵੱਲ ਲਈ ਜਾਂਦਾ ਹੋਵੇ। ਇੰਗਲੈਂਡ ਬਹੁਤ ਸੋਹਣਾ ਹੈ, ਪਰ ਮੈਨੂੰ ਤਾਂ ਜੇ ਸੱਚ ਪੁੱਛੋ ਤਾਂ ਭਾਰਤ ਸੋਹਣਾ ਲੱਗਾ। ਮੈਂ ਇੰਗਲੈਂਡ ਨੂੰ ਨਿੰਦਾ ਨਹੀਂ, ਪਰ ਭਾਰਤ ਨੂੰ ਮੈਂ ਬਿਨਾਂ ਵਜ੍ਹਾ ਛੁਟਿਆਉਣਾ ਵੀ ਨਹੀਂ ਚਾਹਾਂਗਾ। ਇਹ ਇਨਸਾਫ ਨਹੀਂ ਹੈ। ਇੰਗਲੈਂਡ ਵਿੱਚ ਜੋ ਚੰਗਾ ਹੈ ਮੈਂ ਉਸ ਦਾ ਵਰਣਨ ਕੀਤਾ ਹੈ। ਮੈਨੂੰ ਆਪਣੀ ਗੁਣ ਵੀ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨਾ ਸੋਹਣਾ ਅਤੇ ਵੱਡਾ ਸੂਰਜ ਭਾਰਤ ਨੂੰ ਪ੍ਰਾਪਤ ਹੈ, ਉਹ ਜਿਹਾ ਇੰਗਲੈਂਡ ਨੂੰ। ਸਾਡੀਆਂ ਸਵੇਰਾਂ ਅਤੇ ਸ਼ਾਮਾਂ ਬਹੁਤ ਹੀ ਸੁੰਦਰ ਹਨ। ਇੰਗਲੈਂਡ ਦੀ ਸ਼ਾਮ ਪ੍ਰਸਿੱਧ ਹੈ, ਪਰ ਜਿਵੇਂ ਚੜ੍ਹਦਾ ਅਤੇ ਡੁੱਬਦਾ ਸੂਰਜ ਸਾਨੂੰ ਵੇਖਣ ਨੂੰ ਮਿਲਦਾ ਹੈ, ਇੰਗਲੈਂਡ ਨੂੰ ਨਸੀਬ ਨਹੀਂ। ਇੰਗਲੈਂਡ ਦੇ ਆਕਾਸ਼ ਉੱਤੇ ਬੱਦਲ ਉੱਡਦੇ ਹਨ, ਪਰ ਇਹ ਬੱਦਲ ਭਾਰਤ ਵਰਗੇ ਘਣੇ ਜਾਂ ਮੋਟੇ ਨਹੀਂ ਹੁੰਦੇ, ਪਤਲੇ ਹੁੰਦੇ ਹਨ, ਅਤੇ ਇਹਨਾਂ ਦਾ ਰੰਗ ਆਮ ਕਰਕੇ ਬਹੁਤਾ ਚਿੱਟਾ ਹੀ ਹੁੰਦਾ ਹੈ। ਠੀਕ ਹੈ, ਕਦੇ ਕੋਈ ਬੱਦਲ ਨੀਲਾ ਜਾਂ ਭੂਰਾ ਵੀ ਹੁੰਦਾ ਹੈ, ਪਰ ਭਾਰਤ ਵਰਗਾ ਫਿਰ ਵੀ ਨਹੀਂ। ਜਿਸ ਕਿਸਮ ਦੀ ਘੋਰ ਘਟਾਵਾਂ ਸਾਡੇ ਚੜ੍ਹ ਆਉਂਦੀਆਂ ਹਨ, ਘਿਰ ਘਿਰ ਆਈਆਂ ਬੱਦਰੀਆਂ ਕਾਲੀ ਕਾਲੀਆਂ ਬੱਦਲੀਆਂ, ਇੰਗਲੈਂਡ ਵਿੱਚ ਉਹ ਉੱਕਾ ਨਹੀਂ। ਸਮੁੰਦਰ ਵਿੱਚੋਂ ਕੱਚੇ ਪੱਕੇ ਜਿਹੇ ਜੋ ਬੱਦਲ ਉੱਠਦੇ ਹਨ, ਇੰਗਲੈਂਡ ਉੱਤੇ ਆ ਜਾਂਦੇ ਹਨ। ਸਾਡੇ ਬੱਦਲ ਪੱਕ ਪੱਕ ਹੌਲੀ ਹੌਲੀ ਉੱਠ ਉੱਠ ਕੇ ਆਪੋ ਵਿੱਚ ਹੀ ਘੁਲ ਮਿਲ ਕੇ ਫਿਰ ਹੀ ਕਿਤੇ ਆਉਂਦੇ ਹਨ, ਅਤੇ ਉਹ ਵੀ ਬੜਾ ਸੋਚ ਸਮਝ ਕੇ ਵਰਨਾ ਸ਼ੁਰੂ ਕਰਦੇ ਹਨ। ਸਾਡੇ ਬੱਦਲ ਡੂੰਘੇ ਅਤੇ ਗੈਰ ਗੰਭੀਰ ਜਿਹੇ ਹੁੰਦੇ ਹਨ। ਇੰਗਲੈਂਡ ਨਾਲੋਂ ਸਾਡਾ ਮੀਂਹ ਵੀ ਬਹੁਤਾ ਸੋਹਣਾ ਹੁੰਦਾ ਹੈ। ਕਦੇ ਜ਼ੋਰ ਨਾਲ ਵਰਦਾ ਹੈ, ਕਦੇ ਹੌਲੀ ਅਤੇ ਇੱਕੋ ਤਾਰ। ਸਾਡੀ ਕਣੀ ਮੋਟੀ ਅਤੇ ਚਾਂਦੀ ਰੰਗੀ ਹੁੰਦੀ ਹੈ। ਇੰਗਲੈਂਡ ਦੀ ਕਣੀ ਆਮ ਕਰਕੇ ਮੱਖੀ ਅਤੇ ਮੱਛਰ ਦੇ ਵਿਚਕਾਰ ਦੀ ਬਹੁਤੀ ਹੁੰਦੀ ਹੈ। ਨਿਰਸਦਾ ਇੰਗਲੈਂਡ ਦੇ ਧਰਤ ਦ੍ਰਿਸ਼ ਬਹੁਤ ਹੀ ਸੋਹਣੇ ਹਨ, ਪਰ ਸਾਡੇ ਧਰਤ ਦ੍ਰਿਸ਼ ਵੀ ਕੋਈ ਥੋੜ੍ਹੇ ਸੋਹਣੇ ਨਹੀਂ। ਸਾਡੇ ਕੋਲ ਹਿਮਾਲਿਆ ਹੈ, ਦੱਖਣ ਹੈ, ਪੰਜਾਬ ਹੈ, ਕਸ਼ਮੀਰ, ਜਿਸ ਨੂੰ ਸਾਰੀ ਦੁਨੀਆ ਜੰਨਤ ਆਖ ਰਹੀ ਹੈ। ਹਿੰਦੁਸਤਾਨ ਦਾ ਕਹਿਣਾ ਹੈ ਕਿ ਇੰਗਲੈਂਡ ਦੇ ਧਰਤ ਦ੍ਰਿਸ਼ ਕਸ਼ਮੀਰ ਤੋਂ ਬਹੁਤੇ ਸੋਹਣੇ ਹਨ। ਪੰਜਾਬ ਦੀ ਸੁੰਦਰ ਧਰਤੀ ਉੱਤੇ ਸਾਰੇ ਦਰਿਆ ਕੋਲੋਂ ਕੋਲ ਦਿਸ ਪੈਂਦੇ ਹਨ। ਇਹ ਦਰਿਆ ਉਂਝ ਵੀ ਬੜੇ ਪਵਿੱਤਰ ਅਤੇ ਨੂਰੀ ਹਨ। ਗੰਗਾ ਅਤੇ ਜਮਨਾ ਦਾ ਮੁਕਾਬਲਾ ਹੀ ਕੀ ਹੋ ਸਕਦਾ ਹੈ। ਇੰਗਲੈਂਡ ਕੋਲ ਇੱਕ ਥੇਮਜ਼ ਹੈ ਦਰਿਆ, ਪਰ ਗੰਗਾ ਅਤੇ ਜਮਨਾ ਦੇ ਮੁਕਾਬਲੇ ਵਿੱਚ ਉਹ ਕੁਝ ਵੀ ਨਹੀਂ। ਸਾਡੇ ਕਈ ਮੌਸਮ ਹਨ। ਇੰਗਲੈਂਡ ਵਿੱਚ ਠੀਕ ਹੈ, ਮੌਸਮਾਂ ਦੀ ਵੰਨ ਸੁਵੰਨਤਾ ਹੈ, ਪਰ ਸਾਡੇ ਲਗਭਗ ਹਰ ਮਹੀਨਾ ਆਪਣੇ ਵਰਗਾ ਆਪ ਹੈ, ਅਤੇ ਇਹ ਇੱਕ ਰੁੱਤ ਹੀ ਹੁੰਦਾ ਹੈ। ਇੱਥੋਂ ਤੱਕ ਕਿ ਪੋਹ ਅਤੇ ਮਾਘ ਦਾ ਵੀ ਫਰਕ ਹੈ, ਫੱਗਣ ਅਤੇ ਚੇਤ ਦਾ ਵੀ। ਸਾਉਣ ਭਾਦੋਂ ਵੀ ਵੱਖਰੇ ਹਨ, ਅੱਸੂ ਅਤੇ ਕੱਤਕ ਵੀ। ਗਰਮੀ ਅਤੇ ਸਰਦੀ ਨੇ ਤਾਂ ਵੱਖ ਵੱਖ ਹੋਣਾ ਹੀ ਹੈ। ਇੰਗਲੈਂਡ ਨਾਲੋਂ ਸਾਡੀ ਧੁੱਪ ਦਾ ਰੰਗ ਵੀ ਸੋਹਣਾ ਹੁੰਦਾ ਹੈ। ਸਾਡੀ ਧੁੱਪ ਸੋਨਾ ਹੈ। ਇੰਗਲੈਂਡ ਦੀ ਧੁੱਪ ਪਿੱਤਲ ਜਾਂ ਵਸਾਰ ਵਰਗੀ ਹੁੰਦੀ ਹੈ। ਵਸਾਰ ਹਲਦੀ ਵਰਗੀ, ਇਹ ਮਤਲਬ ਬਠਿੰਡੇ ਵਾਲੇ ਪਾਸੇ ਹਲਦੀ ਨੂੰ ਵਸਾਰ ਬੋਲਦੇ ਆ। ਖਾਸ ਕਰਕੇ ਸਰਦੀਆਂ ਵਿੱਚ ਇਸ ਧੁੱਪ ਦੇ ਰੰਗ ਵਿੱਚ ਕੁਝ ਉਪਰਾਪਨ
ਆ ਜਾਂਦਾ ਹੈ। ਕਦੇ ਕਦੇ ਇਹ ਸਾਡੇ ਵਰਗੀ ਝਲਕ ਵੀ ਦੇ ਜਾਂਦੀ ਹੈ। ਜਨਵਰੀ ਜਾਂ ਫਰਵਰੀ ਵਿੱਚ ਕਦੇ ਕਦੇ ਬਸੰਤ ਰੁੱਤ ਦਾ ਝੋਲਾ ਵੀ ਪੈ ਜਾਂਦਾ ਹੈ ਅਤੇ ਕੁਝ ਦਿਨਾਂ ਲਈ ਫੱਗਣ ਵਰਗੀ ਰੁੱਤ ਵੀ ਬਣ ਜਾਂਦੀ ਹੈ। ਪੰਜਾਬ ਵਿੱਚ ਫੱਗਣ ਦੇ ਮਹੀਨੇ ਘੁੱਗੀ ਬੋਲਦੀ ਹੈ। ਸਿਆਲ ਦੇ ਅਖੀਰ ਵਿੱਚ ਇੱਕ ਦਿਨ ਮੈਂ ਸਾਊਥ ਹਾਲ ਵਿੱਚ ਘੁੱਗੀ ਦੀ ਆਵਾਜ਼ ਵੀ ਸੁਣੀ। ਅਸਲ ਵਿੱਚ ਭਾਰਤ ਉੱਤੇ ਸੂਰਜ ਵੱਲੋਂ ਵੀ ਕਾਫੀ ਕਿਰਪਾ ਦ੍ਰਿਸ਼ਟੀ ਕੀਤੀ ਹੋਈ ਹੈ। ਇੰਗਲੈਂਡ ਦੇ ਫੁੱਲ ਪ੍ਰਸਿੱਧ ਹਨ, ਪਰ ਜਿਵੇਂ ਸਾਡੇ ਹਰ ਫੁੱਲ ਵਿੱਚ ਆਪਣੀ ਮਹਿਕ ਹੁੰਦੀ ਹੈ, ਇੰਗਲੈਂਡ ਵਿੱਚ ਇਹ ਉੱਕਾ ਨਹੀਂ। ਰੰਗ ਬਹੁਤ ਹੀ ਸੋਹਣੇ ਹਨ, ਇੱਕ ਤੋਂ ਇੱਕ ਸੋਹਣੇ ਹਨ, ਪਰ ਫੁੱਲਾਂ ਵਿੱਚ ਮਹਿਕ ਵੀ ਅਵੱਸ਼ ਹੀ ਹੋਣੀ ਚਾਹੀਦੀ ਹੈ। ਫੁੱਲਾਂ ਵਿੱਚ ਵੀ ਸੂਰਜ ਹੀ ਮਿਠਾਸ ਪੈਦਾ ਕਰਦਾ ਹੈ, ਇਸੇ ਲਈ ਫਲ ਮਿੱਠੇ ਅਤੇ ਰਸੀਲੇ ਹਨ। ਸਾਡੀ ਕਣੀ ਜੇ ਸੋਹਣੀ ਹੈ, ਇਹ ਵੀ ਸਾਡੇ ਸੂਰਜ ਦੀ ਹੀ ਦ੍ਰਿਸ਼ਟੀ ਕਰਕੇ ਹੈ। ਸਾਡੀ ਕਣੀ ਨੂੰ ਮੋਟੀ ਅਤੇ ਚਾਂਦੀ ਵਰਗੀ ਕਰ ਦੇਣ ਵਿੱਚ ਸੂਰਜ ਦਾ ਹੀ ਹਿੱਸਾ ਹੈ। ਇੰਗਲੈਂਡ ਵਿੱਚ ਬਿਰਛ ਬਹੁਤ ਹਨ, ਪਰ ਪਿੱਪਲ ਵਰਗਾ ਸੋਹਣਾ ਮੈਨੂੰ ਕੋਈ ਵੀ ਬਿਰਛ ਦਿਸਿਆ ਨਹੀਂ। ਪ੍ਰਾਚੀਨ ਕਿਤਾਬਾਂ ਵਿੱਚ ਵੀ ਪਿੱਪਲ ਦਾ ਮਹੱਤਵ ਹੈ। ਸਾਡਾ ਕੌਮੀ ਪੰਛੀ ਮੋਰ, ਅੰਬ ਸਾਡਾ ਕੌਮੀ ਫਲ, ਪਿੱਪਲ ਸਾਡਾ ਕੌਮੀ ਬਿਰਛ। ਇੰਗਲੈਂਡ ਦਾ ਬਿਰਛ ਓਕ, ਸ਼ਾਹਬਲੂਤ ਉੱਚਾ ਕਾਫੀ ਹੁੰਦਾ ਹੈ, ਪਰ ਪਿੱਪਲ ਵਰਗਾ ਨਹੀਂ। ਬਹਾਰ ਵਿੱਚ ਇੰਗਲੈਂਡ ਦੇ ਬਿਰਛ ਫੁੱਲਾਂ ਨਾਲ ਭਰ ਜਾਂਦੇ ਹਨ, ਇੱਕ ਤੋਂ ਇੱਕ ਸੁੰਦਰ ਰੰਗ। ਇੰਗਲੈਂਡ ਵਿੱਚੋਂ ਇੱਕ ਬਿਰਛ ਤਾਂ ਕਾਫੀ ਸੋਹਣਾ ਹੁੰਦਾ ਹੈ। ਇਸ ਦੇ ਫੁੱਲ ਜੰਗਲੀ ਜਾਂ ਗੁਲਾਬੀ ਜਿਹੇ ਹੁੰਦੇ ਹਨ, ਗੁਲਾਬੀ ਹੁੰਦੇ ਹੋਏ ਵੀ ਗੁਲਾਬੀ, ਪਰ ਇਹ ਨਹੀਂ ਹੁੰਦੇ। ਇਹਨਾਂ ਨੂੰ ਮੈਂ ਕੀ ਕਹਾਂ, ਇਹਨਾਂ ਵਿੱਚ ਥੋੜ੍ਹਾ ਜਿਹਾ ਪਿਆਜ਼ ਦਾ ਰੰਗ ਹੁੰਦਾ ਹੈ, ਥੋੜ੍ਹਾ ਜਿਹਾ ਗਾਜਰ ਦਾ, ਪਰ ਹੁੰਦਾ ਬਹੁਤ ਹੀ ਸੋਹਣਾ ਹੈ। ਇਸ ਬਿਰਛ ਨੂੰ ਡਬਲ ਚੈਰੀ ਜਾਂ ਬਲਾਸਮ ਚੈਰੀ ਕਹਿੰਦੇ ਹਨ। ਸਾਡੇ ਫੁੱਲ ਜਾਂ ਬਿਰਛ ਬੂਟੇ ਮਹਿਕਾਂ ਦੀ ਹੱਟ ਲਾਉਂਦੇ ਹਨ। ਇੰਗਲੈਂਡ ਦੇ ਫੁੱਲ ਜਾਂ ਬਿਰਛ ਬੂਟੇ ਰੰਗਾਂ ਦੀ ਹੱਟ ਲਾਉਂਦੇ ਹਨ। ਕਈ ਫੁੱਲ ਜਾਂ ਬਿਰਛ ਤਾਂ ਗੁੜੁੰਦ ਹੀ ਕਰ ਦਿੰਦੇ ਹਨ। ਸਾਡਾ ਫੁੱਲ ਗੁਲਾਬ ਹੈ। ਵਰਡਜ਼ਵਰਥ ਨੇ ਡੈਫੋਡਿਲ ਦੀ ਬੜੀ ਹੀ ਮਹਿਮਾ ਕੀਤੀ ਹੈ। ਫੁੱਲ ਸੋਹਣਾ ਵੀ ਬਹੁਤ ਹੈ, ਪਰ ਕਈ ਫੁੱਲ ਇੰਗਲੈਂਡ ਦੇ ਇਸ ਤੋਂ ਕਿਤੇ ਵਧੇਰੇ ਸੋਹਣੇ ਹਨ। ਅਸਲ ਵਿੱਚ ਇਹ ਕਵੀ ਦੀ ਅੱਖ ਨੂੰ ਜੱਚ ਜਾਣ ਦੀ ਗੱਲ ਹੈ। ਇੰਗਲੈਂਡ ਵਿੱਚ ਇੱਕ ਫੁੱਲ ਦੇ ਕਈ ਰੰਗ ਵੀ ਹੁੰਦੇ ਹਨ ਅਤੇ ਰੰਗਾਂ ਦਾ ਸ਼ੁਮਾਰ ਵੀ ਨਹੀਂ, ਪਰ ਡੈਫੋਡਿਲ ਨੇ ਵਰਡਜ਼ਵਰਥ ਨੂੰ ਫਿਰ ਵੀ ਧੂਹਾਂ ਪਾਈਆਂ ਹਨ। ਮਤਲਬ ਇਸ ਫੁੱਲ ਉੱਪਰ ਉਸਨੇ ਕਵਿਤਾਵਾਂ ਲਿਖੀਆਂ, ਪਰ ਉਹ ਕਹਿ ਰਿਹਾ ਕਿ ਇਸ ਤੋਂ ਵੀ ਸੋਹਣੇ ਹੋਰ ਫੁੱਲ ਹੈ। ਇਸ ਦੀ ਬਣਤਰ ਦੂਰੀ ਹੈ। ਹਲਕੇ ਪੀਲੇ ਰੰਗ ਦੀ ਇੱਕ ਬੜੀ ਹੀ ਸੋਹਣੀ ਕੌਲੀ ਜਾਂ ਗਲਾਸ ਬਣੀ ਹੋਈ ਹੈ ਅਤੇ ਉਸ ਵਿੱਚ ਇੱਕ ਛੋਟੀ ਜਿਹੀ ਕੌਲੀ ਹੋਰ ਬਣ ਗਈ ਹੈ ਜੋ ਗੂੜ੍ਹੇ ਪੀਲੇ ਰੰਗ ਦੀ ਹੈ। ਇਹ ਫੁੱਲ ਦੋ ਰੰਗ ਦੀਆਂ ਇੱਕ ਦੂਜੇ ਵਿੱਚ ਬੜੀਆਂ ਸੋਹਣੀਆਂ ਕੌਲੀਆਂ ਬਣੀਆਂ ਹੋਈਆਂ ਹਨ। ਫੁੱਲ ਬੜੀ ਹੀ ਸੋਹਣੀ ਅੱਖ ਨਾਲ ਸਾਡੇ ਵੱਲ ਤੱਕ ਰਿਹਾ ਹੈ। ਇਸ ਨੂੰ ਸਾਡੀ ਦੇਸੀ ਬੋਲੀ ਵਿੱਚ ਪੀਲਾ ਨਰਗਸ ਕਹਿੰਦੇ ਹਨ। ਇੱਕ ਕੌਲੀ ਵਿੱਚ ਕੁਦਰਤ ਵੱਲੋਂ ਦੂਜੀ ਛੋਟੀ ਕੌਲੀ ਰੱਖਣੀ ਬੜੀ ਹੀ ਅਦਭੁਤ ਲੀਲਾ ਹੈ। ਦੋਹਾਂ ਸੁੰਦਰ ਕੌਲੀਆਂ ਦੇ ਰੰਗ ਵੀ ਵੱਖਰੇ ਹਨ, ਇੱਕ ਹਲਕਾ ਪੀਲਾ ਅਤੇ ਦੂਜਾ ਹਲਦੀ ਰੰਗਾ ਗੂੜ੍ਹਾ। ਇੱਕ ਫੁੱਲ ਦਾ ਕੱਦ ਬੁੱਤ ਕੋਈ ਬਹੁਤਾ ਵੱਡਾ ਨਹੀਂ, ਸਾਡੇ ਗੇਂਦੇ ਵਰਗਾ ਹੈ। ਬਣਤਰ ਲਗਭਗ ਕਾਸ਼ਨੀ ਦੇ ਫੁੱਲ ਵਾਂਗ ਲੰਬੂਤਰੀ ਹੈ। ਕਾਸ਼ਨੀ ਦਾ ਫੁੱਲ ਜੋ ਭਾਦੋਂ ਜਿਹੀ ਵਿੱਚ ਵਾੜਾਂ ਉੱਤੇ ਆਪ ਹੀ ਉੱਗ ਆਉਂਦਾ ਹੈ। ਵਰਡਜ਼ਵਰਥ ਦੀ ਕਵਿਤਾ ਇੱਕ ਪਹਾੜੀ ਉੱਤੇ ਬੇਸ਼ੁਮਾਰ ਡੈਫੋਡਿਲਾਂ ਬਾਰੇ ਹੈ, ਪਰ ਮੈਂ ਇਸ ਫੁੱਲ ਨੂੰ ਕਿਉਂ ਗਾਰਡਨ ਵਿੱਚ ਤੱਕਿਆ। ਕਿਉਂ ਗਾਰਡਨ ਲੰਡਨ ਦਾ ਇੱਕ ਬਹੁਤ ਪ੍ਰਸਿੱਧ ਬਾਗ ਹੈ, ਜਿਸ ਦੇ ਪਿੱਛੇ ਜਾਣ ਬੁੱਝ ਕੇ ਜੰਗਲ ਛੱਡਿਆ ਹੋਇਆ ਹੈ। ਇਸ ਜੰਗਲ ਦੇ ਝੁੰਡਾਂ ਵਿੱਚ ਡੈਫੋਡਿਲ ਇੱਕ ਪਾਸੇ ਜਿਹੇ ਇਕੱਲਾ ਹੀ ਖਲੋਤਾ ਸੀ ਅਤੇ ਅੱਜ ਵੀ ਵਰਡਜ਼ਵਰਥ ਵਰਗੀ ਅੱਖ ਨੂੰ ਤਾਂਘ ਰਿਹਾ ਸੀ। ਨਿਰਸਦੈਂ ਸੁਹੱਪਣ ਨੂੰ ਵੀ ਕਵੀ ਦੀ ਲੋੜ ਹੁੰਦੀ ਹੈ। ਕਵੀਆਂ ਬਿਨਾਂ ਸੁਹੱਪਣ ਦਾ ਪ੍ਰਗਟਾਵਾ ਕੌਣ ਕਰ ਸਕਦਾ ਹੈ। ਇੰਗਲੈਂਡ ਅਤੇ ਭਾਰਤ ਦੋ ਮਹਾਨ ਦੇਸ਼ ਜਾਂ ਕੌਮਾਂ ਹਨ। ਨਿਰਸਦੈਂ ਦੋਹਾਂ ਵਿੱਚ ਹੀ ਗੁਣ ਅਤੇ ਚੰਗਿਆਈਆਂ ਹਨ। ਸਾਨੂੰ ਬੜੇ ਹੀ ਖੁੱਲ੍ਹੇ ਦਿਲ ਨਾਲ ਇੱਕ ਦੂਜੇ ਦੀਆਂ ਚੰਗੀਆਂ ਗੱਲਾਂ ਗ੍ਰਹਿਣ ਕਰ ਲੈਣੀਆਂ ਚਾਹੀਦੀਆਂ ਹਨ।